ਮਤਲਬ ਸਾਡੇ ਮੁਲਕ 'ਚ ਵੈਕਸੀਨ ਪੈਦਾ ਹੋਈ ਹੋਵੇ, ਸਾਡੇ ਮੁਲਕ ਦੇ ਲੋਕਾਂ ਨੇ ਉਸ ਨੂੰ ਪੈਦਾ ਕੀਤਾ, ਉਹਨਾਂ ਨੇ ਪ੍ਰੋਡਿਊਸ ਕੀਤਾ। ਤੁਸੀਂ ਬਾਹਰਲੇ ਮੁਲਕਾਂ ਨੂੰ ਦੇ ਰਹੇ ਹੋ 200 ਰੁਪਏ ਦੀ ਡੋਜ਼ ਤੇ ਸਾਨੂੰ ਤੁਸੀਂ ਦੇ ਰਹੇ ਹੋ ਯਾਨੀ ਕਿ 600 ਰੁਪਏ ਦੀ, ਜੋ ਪ੍ਰਾਈਵੇਟ ਹਸਪੀਟਲ ਵਾਲਾ ਲੈਂਦਾ ਤਾਂ 900 ਰੁਪਏ ਤੋਂ 1000 ਤੋਂ ਘੱਟ ਕਿੱਥੋਂ ਲੱਗ ਜਾਏਗਾ। ਕਿਉਂਕਿ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਿਆ ਹੈਗਾ, ਲੋਕਾਂ ਦਾ ਲੀਡਰ ਉਹ ਹੈਗਾ, ਉਹਦਾ ਫਰਜ਼ ਬਣਦਾ ਹੈਗਾ ਕੇਂਦਰ ਸਰਕਾਰ ਕੋਲੇ ਭਾਵੇਂ ਲੜ ਕੇ ਭਾਵੇਂ ਤਰਲੇ ਕਰਕੇ ਉਹ ਜਿਹੜਾ ਹੈਗਾ ਵੈਕਸੀਨ ਉਹ ਲੈ ਕੇ ਆਵੇ ਆਪਣੇ ਲੋਕਾਂ ਲਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਾਇਬ ਸਿੰਘ ਸਿੱਧੂ। ਅਸੀਂ ਪਹੁੰਚੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ, ਜਿੱਥੇ ਕਿ ਕਰੋਨਾ ਵੈਕਸੀਨ ਲੱਗ ਰਹੀ ਸੀਗੀ। ਇਹ ਤੁਹਾਨੂੰ ਦਿਖਾ ਦਈਏ ਕਿ ਇੱਥੇ ਜਿਹੜਾ ਇਹ ਕਰੋਨਾ ਵੈਕਸੀਨ ਦਾ ਸੈਂਟਰ ਬਣਾਇਆ ਹੋਇਆ, ਇੱਥੇ ਜਿਹੜੇ ਹਰ ਇੱਕ ਵਿਅਕਤੀ ਦੇ ਕਰੋਨਾ ਵੈਕਸੀਨ ਲਵਾਈ ਜਾ ਰਹੀ ਸੀਗੀ ਅਤੇ ਸਰਕਾਰਾਂ ਵੱਲੋਂ ਹਦਾਇਤਾਂ ਕੀਤੀਆਂ ਜਾ ਰਹੀਆਂ ਸੀ ਕਿ ਹਰ ਇੱਕ ਇਹ ਵੈਕਸੀਨ ਹੈ ਜਿਹੜੀ ਲਵਾਏ ਤਾਂ ਜੋ ਇਹ ਕਰੋਨਾ ਮਹਾਮਾਰੀ ਤੋਂ ਛੁਟਕਾਰਾ ਪਾਇਆ ਜਾਵੇ। ਪਰ ਇਹਨਾਂ ਵੱਲੋਂ ਲਿਖ ਕੇ ਲਾ ਦਿੱਤਾ ਹੈਗਾ ਕਿ ਵੈਕਸੀਨ ਦਾ ਜਿਹੜਾ ਸਟਾਕ ਹੈ ਉਹ ਖਤਮ ਹੋ ਚੁੱਕਾ ਹੈਗਾ ਅਤੇ ਇਹ ਨਹੀਂ ਪਤਾ ਕਦ ਆਵੇਗੀ। ਇਹਨਾਂ ਦਾ ਕਹਿਣਾ ਕਿ ਵੀ ਜਦੋਂ ਇਹ ਵੈਕਸੀਨ ਆਵੇਗੀ ਤਾਂ ਫਿਰ ਅਗਲੀ ਡੋਜ਼ ਹੈ ਜਿਹੜੀ ਫਿਰ ਲਾਈ ਜਾਵੇਗੀ। ਅਤੇ ਲੋਕ ਹੈ ਜਿਹੜੇ ਆ ਕੇ ਮੁੜ ਰਹੇ ਹੈਗੇ, ਕਈਆਂ ਨੇ ਤਾਂ ਪਹਿਲੀ ਡੋਜ਼ ਲਾਈ ਸੀ ਅਤੇ ਦੂਸਰੀ ਦਾ ਵੀ ਟਾਈਮ ਆ ਚੁੱਕਿਆ ਸੀ, ਪਰ ਦੂਸਰੀ ਡੋਜ਼ ਲਾਉਣ ਵੇਲੇ ਇਹਨਾਂ ਨੇ ਜਵਾਬ ਦਿੱਤਾ ਕਿ ਸਾਡੇ ਕੋਲੇ ਵੈਕਸੀਨ ਖਤਮ ਹੋ ਗਈ, ਜਦੋਂ ਆਵੇਗੀ ਉਦੋਂ ਲਾਈ ਜਾਵੇਗੀ। ਇਸੇ ਤਰ੍ਹਾਂ ਹੀ ਸਾਡੇ ਨਾਲ ਵੀਰ ਜੀ ਜੁੜੇ ਹੈਗੇ, ਇਹਨਾਂ ਦਾ ਵੀ ਕਹਿਣਾ ਗਾ ਵੀ ਅਸੀਂ ਵੈਕਸੀਨ ਲਵਾਉਣ ਆਏ ਸੀ। ਪੁੱਛਦੇ ਇਹਨਾਂ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਸੁਖਜੀਤ ਸਿੰਘ ਹੈ ਜੀ। ਮੈਂ ਕਹਿਣਾ ਗਾ ਜਿਹੜਾ ਤੁਸੀਂ ਵੈਕਸੀਨ ਲਵਾਉਣ ਆਏ ਸੀ। ਸਰ ਮੇਰੀ ਫਸਟ ਡੋਜ਼ ਜਿਹੜੀ ਹੈਗੀ ਆ ਕੋਵਾਸ਼ੀਲਡ ਦੀ, ਉਹ 2 ਅਪ੍ਰੈਲ ਨੂੰ ਲੱਗੀ ਸੀਗੀ। ਉਸ ਤੋਂ ਬਾਅਦ ਸਾਨੂੰ ਟਾਈਮ ਦਿੱਤਾ ਗਿਆ ਸੀ 14 ਮਈ ਤੋਂ ਬਾਅਦ ਆਉਣ ਦਾ, ਤਾਂ ਅੱਜ ਸਾਡਾ ਟਾਈਮ ਪੂਰਾ ਹੋ ਚੁੱਕਿਆ ਸੀ ਸੈਕੰਡ ਡੋਜ਼ ਲਵਾਉਣ ਲਈ। ਤਾਂ ਜਦੋਂ ਅੱਜ ਸਵੇਰ ਅਸੀਂ 9 ਵਜੇ ਏਮਜ ਹਸਪੀਟਲ ਨਾਲ ਕੰਟੈਕਟ ਕੀਤਾ ਤਾਂ ਉਹਨਾਂ ਵੱਲੋਂ ਸਾਨੂੰ ਬੁਲਾਇਆ ਗਿਆ ਵੀ ਆ ਜਾਓ ਤੁਸੀਂ, ਤੁਹਾਡੇ ਡੋਜ਼ ਲੱਗੂਗੀ ਸੈਕੰਡ ਡੋਜ਼। ਤੇ ਪਰ ਜਦੋਂ ਅਸੀਂ ਏਮਜ ਹਸਪੀਟਲ ਪਹੁੰਚੇ ਤਾਂ ਉੱਥੇ ਰਿਸੈਪਸ਼ਨ ਤੋਂ ਹੀ ਸਾਨੂੰ ਵਾਪਸ ਮੋੜ ਦਿੱਤਾ ਗਿਆ ਕਿ ਡੋਜ਼ ਖਤਮ ਹੋਣ ਕਾਰਨ, ਦਵਾਈ ਹੁਣ ਨਾ ਉਪਲਬਧ ਹੋਣ ਕਾਰਨ ਤੁਹਾਡੇ ਸੈਕੰਡ ਡੋਜ਼ ਨਹੀਂ ਲੱਗ ਸਕਦੀ। ਤਾਂ ਭਵਿੱਖ ਵਿੱਚ ਕਦੋਂ ਲੱਗੂਗੀ ਕਦੋਂ ਨਹੀਂ ਲੱਗੂਗੀ ਇਸ ਬਾਰੇ ਕੋਈ ਸਪਸ਼ਟੀਕਰਨ ਜਾਂ ਸੰਤੁਸ਼ਟੀ ਜਵਾਬ ਨਹੀਂ ਦਿੱਤਾ ਗਿਆ। ਤੁਸੀਂ ਇਕੱਲੇ ਹੀ ਆਏ ਸੀਗੇ ਜਾਂ ਕੋਈ ਹੋਰ ਵੀ ਆਏ ਹੈਗੇ ਤੁਹਾਡੇ ਨਾਲ? ਨਹੀਂ, ਮੇਰੇ ਨਾਲ ਮੇਰੇ ਬਜ਼ੁਰਗ ਪਾਪਾ ਜੀ ਜਿਨ੍ਹਾਂ ਦੀ ਉਮਰ ਤਕਰੀਬਨ 80 ਸਾਲ ਹੈ ਉਹ ਵੀ ਆਏ ਸੀ, ਔਰ ਮੇਰੇ ਵਾਈਫ ਜਿਨ੍ਹਾਂ ਦੀ ਉਮਰ 56 ਸਾਲ ਹੈ ਉਹ ਵੀ ਨਾਲ ਹੀ ਮੇਰੇ ਨੇ। ਤਾਂ ਉਸ ਤੋਂ ਬਾਅਦ ਅਸੀਂ ਸੋਚਿਆ ਸ਼ਾਇਦ ਸਿਵਲ ਹਸਪੀਟਲ ਦੇ ਵਿੱਚ ਡੋਜ਼ ਉਪਲਬਧ ਹੋਵੇ ਤਾਂ ਅਸੀਂ ਦੁਬਾਰਾ ਹੁਣ ਇੱਧਰ ਚੱਕਰ ਲਾਇਆ, ਪਰ ਇੱਥੋਂ ਵੀ ਇਹ ਵੀ ਜਵਾਬ ਮਿਲਿਆ ਵੀ ਡੋਜ਼ ਖਤਮ ਹੋਣ ਕਾਰਨ ਇਹ ਤੁਹਾਨੂੰ ਨਹੀਂ ਦਿੱਤੀ ਜਾ ਸਕਦੀ। ਕਿਸ ਤਰ੍ਹਾਂ ਲੱਗ ਰਿਹਾ ਹੈਗਾ ਵੀ ਤੁਹਾਨੂੰ ਹੁਣ ਹੋਰ ਚੱਕਰ ਲਾਉਣੇ ਪੈਣਗੇ ਕਿ ਇਹ ਜਲਦੀ ਆ ਜਾਊਗੀ? ਸਰ ਲੱਗ ਰਿਹਾ ਵੀ ਇੱਥੋਂ ਜਿਸ ਤਰ੍ਹਾਂ ਦਾ ਅੰਦਰੋਂ ਕੋਈ ਜਵਾਬ ਨਹੀਂ ਮਿਲ ਰਿਹਾ ਕੋਈ ਸਪਸ਼ਟ ਵੀ ਕਦੋਂ ਤੱਕ ਡੋਜ਼ ਆਊਗੀ ਕਦੋਂ ਨਹੀਂ ਆਊਗੀ, ਇਹਦੇ ਬਾਰੇ ਵੀ ਕੁਝ ਨਹੀਂ ਦੱਸਿਆ ਜਾ ਰਿਹਾ। ਪਰ ਨਾਲ ਹੀ ਸਾਨੂੰ ਇੱਕ ਹੋਰ ਜਿਹੜੀ ਜਾਣਕਾਰੀ ਅੱਜ ਇੱਥੋਂ ਮਿਲੀ ਆ, ਉਹ ਪਹਿਲਾਂ ਹੀ ਪਤਾ ਲੱਗਿਆ ਸੀ ਵੀ ਜਿਹੜੀ ਇਹ ਦਵਾਈ ਆ 42 ਦਿਨ ਬਾਅਦ ਲੱਗਣੀ ਸੀਗੀ ਕੋਵਿਸ਼ੀਲਡ ਦੀ, ਪਰ ਹੁਣ ਸਰਕਾਰ ਵੱਲੋਂ ਸ਼ਾਇਦ ਇਹ 84 ਦਿਨ ਦਾ ਸਮਾਂ ਦੇ ਰਹੇ ਹਨ। ਤਾਂ ਇੱਥੋਂ ਕਿਤੇ ਨਾ ਕਿਤੇ ਇਹ ਦਵਾਈ ਦੀ ਜਿਹੜੀ ਭਰੋਸੇਯੋਗਤਾ ਬਾਰੇ ਸ਼ੰਕੇ ਜ਼ਾਹਰ ਹੋ ਰਹੇ ਹੈਗੇ ਸਾਨੂੰ ਇਸ ਮਾਮਲੇ 'ਚ ਵੀ ਕੀ ਜਦੋਂ 42 ਦਿਨ ਦਾ ਸਮਾਂ ਫਿਕਸ ਕੀਤਾ ਗਿਆ ਸੀ ਤਾਂ ਕੀ ਉਹ ਸਮਾਂ ਦੀ ਜਾਂਚ ਨਹੀਂ ਹੋਈ ਸੀ ਵੀ 42 ਦਿਨ ਬਾਅਦ ਜ਼ਰੂਰਤ ਹੈਗੀ ਹੈ? ਵੀ ਜੇ ਉਦੋਂ 42 ਦਿਨ ਬਾਅਦ ਜ਼ਰੂਰਤ ਸੀ ਤਾਂ ਅੱਜ ਹੁਣ 84 ਦਿਨ ਬਾਅਦ ਕਿਉਂ ਆ ਰਹੀ ਹੈ ਇਹ ਜ਼ਰੂਰਤ? ਤਾਂ ਇਹਦੇ ਉੱਤੇ ਵੀ ਕਿਤੇ ਨਾ ਕਿਤੇ ਕੋਈ ਸ਼ੱਕ ਪੈਦਾ ਹੋ ਰਿਹਾ ਹੈਗਾ। ਇਹ ਸਨ ਵੀਰ ਜੀ ਜਿਨ੍ਹਾਂ ਨੇ ਕਿ ਪਹਿਲੀ ਡੋਜ਼ ਲਵਾ ਚੁੱਕੇ ਹੈਗੇ ਅਤੇ ਦੂਸਰੀ ਡੋਜ਼ ਲਵਾਉਣੀ ਸੀਗੀ। ਪਹਿਲਾਂ ਕਿ ਇਹਨਾਂ ਨੇ ਰੱਖਿਆ ਸੀਗਾ ਵੀ 28 ਦਿਨਾਂ ਬਾਅਦ ਦੂਜੀ ਡੋਜ਼ ਲੱਗੂਗੀ, ਉਸ ਤੋਂ ਬਾਅਦ 2 ਮਹੀਨੇ ਕਰ ਦਿੱਤੇ ਅਤੇ ਹੁਣ ਜਿਹੜੇ ਇਹਨਾਂ ਨੇ 3 ਮਹੀਨੇ ਕਰ ਦਿੱਤੇ ਹਨ। ਇਹ ਵੀ ਕੀ ਕਾਰਨ ਹੈਗਾ, ਇਸ ਬਾਰੇ ਤਾਂ ਸਰਕਾਰਾਂ ਹੀ ਜਾਣਦੀਆਂ ਜਾਂ ਸਿਹਤ ਵਿਭਾਗ ਹੀ ਜਾਣਦਾ ਵੀ 3 ਮਹੀਨੇ ਕਿਉਂ ਕਰ ਦਿੱਤੀ ਹੈਗੀ। ਸਾਡੇ ਨਾਲ ਜੁੜੇ ਹੈਗੇ ਨੀਲ ਗਰਗ ਜੀ, ਇਹਨਾਂ ਨਾਲ ਵੀ ਗੱਲ ਕਰਦਾ ਹੈ। ਨੀਲ ਜੀ, ਕੀ ਕਹਿਣਾ ਚਾਹੋਗੇ ਹੁਣ ਜਿਵੇਂ ਵੈਕਸੀਨ ਖਤਮ ਹੋ ਗਿਆ, ਲੋਕ ਆ ਕੇ ਮੁੜੀ ਜਾਂਦੇ ਆ ਜੀ? ਦੇਖੋ, ਇਹ ਤਾਂ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਹੈਗੀ ਹੈ। ਜਿਹੜੀ ਸਰਕਾਰ ਹੈ ਆਪਣੀ ਜ਼ਿੰਮੇਵਾਰੀ ਤੋਂ ਉਹ ਭੱਜ ਰਹੀ ਹੈਗੀ ਹੈ। ਵੈਸੇ ਤਾਂ ਇਹ ਕੇਂਦਰ ਸਰਕਾਰ ਦਾ ਵਿਸ਼ਾ ਹੈਗਾ। ਜਦੋਂ ਦਾ ਸਾਡਾ ਮੁਲਕ ਆਜ਼ਾਦ ਹੋਇਆ ਤੇ ਨੈਸ਼ਨਲ ਹੈਲਥ ਸਕੀਮ ਦੇ ਤਹਿਤ ਜਿਹੜਾ ਹੈਗਾ ਇਹ ਡਰਾਈਵ ਚੱਲਦਾ ਹੁੰਦਾ। ਬਹੁਤ ਵਾਰੀ ਪਹਿਲਾਂ ਵੀ ਕਦੇ ਪੋਲੀਓ ਦੀ ਡ੍ਰੌਪ ਸੀ ਜਾਂ ਕੋਈ ਹੋਰ ਤਰ੍ਹਾਂ ਦੀਆਂ ਵੈਕਸੀਨੇਸ਼ਨ ਸੀ, ਉਹ ਸਾਰੀਆਂ ਚੱਲਦੀਆਂ ਰਹੀਆਂ। ਪਰ ਇਹ ਪਹਿਲੀ ਕੇਂਦਰ ਦੀ ਸਰਕਾਰ ਐਸੀ ਹੈਗੀ ਜਿਨ੍ਹਾਂ ਨੇ ਸਾਰੀਆਂ ਆਪਣੀਆਂ ਜ਼ਿੰਮੇਵਾਰੀਆਂ ਹੈਗੀਆਂ ਉਹ ਸੂਬੇ ਸਰਕਾਰਾਂ ਦੇ ਉੱਤੇ ਪਾਤੀਆਂ ਔਰ ਆਪ ਸਿਰਫ ਆਪਣੀ ਇੱਕ ਇਮੇਜ ਹੀ ਚਮਕਾਉਂਦੇ ਰਹੇ। ਇੰਟਰਨੈਸ਼ਨਲੀ ਬਾਹਰ ਪਹਿਲਾਂ ਡੋਜ਼ ਭੇਜਤੀਆਂ, 6 ਡੋਜ਼ਸ ਦੇ ਆਸ-ਪਾਸ 6
ਕਰੋੜ ਡੋਜ਼ਸ ਜਿਹੜੀਆਂ ਇਹਨਾਂ ਸੇ ਵੈਕਸੀਨੇਸ਼ਨ ਦੀਆਂ ਬਾਹਰਲੇ ਮੁਲਕਾਂ 'ਚ ਭੇਜੀਆਂ, ਜਦ ਕਿ ਆਪ ਇੱਥੇ ਮੁਲਕ ਦੇ ਵਿੱਚ ਲੋਕ ਮਰ ਰਹੇ ਨੇ। ਔਰ ਜਿਹੜੀ ਹੈ ਦੂਜੀ ਲਹਿਰ ਆਈ ਹੈ, ਜਿਸ ਤਰੀਕੇ ਨਾਲ ਜਾਣੀ ਕਿ ਡੈਥ ਰੇਟ ਵਧੇ ਹੈਗਾ, ਜਿਸ ਤਰੀਕੇ ਨਾਲ ਹਸਪੀਟਲ ਭਰੇ ਪਏ ਆ, ਔਰ ਜਿਸ ਤਰੀਕੇ ਨਾਲ ਕੋਈ ਨਾ ਬੈੱਡ ਕੋਈ ਅਵੇਲੇਬਲ ਹੈ, ਨਾ ਕੋਈ ਹੋਰ ਫੈਸਿਲਿਟੀ ਅਵੇਲੇਬਲ ਹੈ, ਤਾਂ ਮੈਨੂੰ ਲੱਗਦਾ ਵੀ ਇਸ ਤੋਂ ਵੱਧ ਜਾਣੀ ਕਿ ਵੱਧ ਇੰਤਜ਼ਾਮੀ ਨਹੀਂ ਹੋ ਸਕਦੀ। ਹੁਣ ਜਿਵੇਂ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਵੀ 28 ਦਿਨਾਂ ਬਾਅਦ ਦੂਜੀ ਡੋਜ਼ ਲੱਗੂ, ਫਿਰ ਇਹਨਾਂ ਨੇ ਕਰਤਾ ਵੀ 2 ਮਹੀਨਿਆਂ ਬਾਅਦ ਲੱਗੂਗੀ, ਹੁਣ ਕਹਿ ਰਿਹਾ ਵੀ 3 ਮਹੀਨਿਆਂ ਬਾਅਦ ਲੱਗੂ। ਕਿ ਇਹਨਾਂ ਨੂੰ ਪਹਿਲਾਂ ਪਤਾ ਨਹੀਂ ਸੀਗਾ ਵੀ ਇਹ ਕਿੰਨੇ ਹੋ ਰਹੇ, ਕਿ ਇਹ ਪਹਿਲਾਂ ਟਰਾਇਲ ਹੀ ਕਰ ਰਹੇ ਆ ਹਜੇ ਤੱਕ? ਦੇਖੋ, ਇੱਕ ਜਦੋਂ ਨਾ ਮਤਲਬ ਕ੍ਰੈਡੀਬਿਲਿਟੀ ਹੁੰਦੀ ਹੈ, ਇਹ ਜਿਸ ਤਰੀਕੇ ਨਾਲ ਇਹਨਾਂ ਨੇ ਪਹਿਲਾਂ 28 ਦਿਨਾਂ ਤੇ ਆਖਿਆ, ਫਿਰ 6 ਤੋਂ 8 ਹਫ਼ਤੇ ਆਖਿਆ, ਹੁਣ 12 ਤੋਂ 16 ਹਫ਼ਤੇ ਕਹਿ ਰਿਹਾ, ਲੋਕ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਉਹਦੇ ਪਿੱਛੇ ਕਾਰਨ ਹੈਗਾ ਕਿ ਅੱਜ ਤੁਸੀਂ ਦੇਖੋ ਇੰਟਰਨੈਸ਼ਨਲੀ ਯੂਕੇ ਦੇ ਵਿੱਚ 28 ਦਿਨਾਂ ਤੋਂ ਬਾਅਦ ਸੈਕੰਡ ਡੋਜ਼ਸ ਲੱਗੀਆਂ, ਤੇ ਉੱਥੇ ਲੋਕ ਬੜੇ ਆਰਾਮ ਨਾਲ ਅੱਜ ਰਹਿ ਰਹੇ ਹੈਗੇ ਆ। ਅਮਰੀਕਾ ਦੇ ਵਿੱਚ ਵੀ ਲੱਗੀਆਂ, ਕੋਈ ਇਹਨਾਂ ਕੋਲ ਇਦਾਂ ਦੀ ਸਟੱਡੀ ਨਹੀਂ ਹੈ, ਕੋਈ ਇਦਾਂ ਦਾ ਇਹਨਾਂ ਕੋਲ ਡਾਟਾ ਨਹੀਂ ਹੈਗਾ ਕਿ ਇਹਨਾਂ ਨੇ ਕੋਈ ਟਰਾਇਲ ਕੀਤੇ ਸੀ ਜਿਹਦੇ ਵਿੱਚ ਇਹ ਦੇਖਿਆ ਗਿਆ ਹੋਵੇ ਕਿ 12 ਹਫ਼ਤਿਆਂ ਤੋਂ ਬਾਅਦ ਜੇਕਰ ਡੋਜ਼ ਲੱਗਦੀ ਹੈਗੀ ਹੈ ਤਾਂ ਉਸ ਦਾ ਜਿਹੜਾ ਐਂਟੀਬਾਡੀ ਲੈਵਲ ਜਿਹੜਾ ਹੈਗਾ ਉਹ ਜ਼ਿਆਦਾ ਹੈਗਾ। ਐਸਾ ਕੋਈ ਸਟੱਡੀ ਤਾਂ ਅਵੇਲੇਬਲ ਹੈ ਨਹੀਂ ਹੈ, ਪਰ ਲੋਕ ਇਸ ਨੂੰ ਇਸ ਕਰਕੇ ਦੇਖ ਰਹੇ ਕਿ ਜਦੋਂ ਥੋੜੀ ਜਿਹੀ ਸ਼ਾਰਟੇਜ ਹੋਈ ਤਾਂ ਇਹਨਾਂ ਨੇ 4 ਹਫ਼ਤਿਆਂ ਤੋਂ ਵਧਾ ਕੇ ਉਹਨੂੰ 6 ਤੋਂ 8 ਹਫ਼ਤੇ ਕਰਤਾ। ਹੁਣ ਜਦੋਂ ਪੂਰੇ ਮੁਲਕ 'ਚ ਹਾਹਾਕਾਰ ਮਚ ਗਈ, ਹੁਣ ਇਸ ਨੂੰ 12 ਤੋਂ ਲੈ ਕੇ 16 ਹਫ਼ਤੇ ਕਰ ਦਿੱਤਾ ਹੈਗਾ। ਹੋ ਸਕਦਾ ਕਿ ਜੋ ਇਹ ਕਹਿ ਰਹੇ ਨੇ ਉਹ ਸੱਚ ਹੋਵੇ, ਪਰ ਇਹਨਾਂ ਦੀਆਂ ਆਪਣੇ ਕਾਰ ਵਿਵਹਾਰ ਕਾਰਨ ਜਿਹੜਾ ਲੋਕਾਂ ਦੇ ਵਿੱਚ ਸ਼ੰਕਾ ਪੈਦਾ ਹੁੰਦਾ ਹੈ, ਔਰ ਇਹ ਸ਼ੰਕਾ ਪੈਦਾ ਹੋਣ ਕਾਰਨ ਹੀ ਸ਼ੁਰੂ ਦੇ ਵਿੱਚ ਵੀ ਜਦੋਂ ਇਹਨਾਂ ਨੇ ਵੈਕਸੀਨੇਸ਼ਨ ਦੀ ਜਿਹੜੀ ਡਰਾਈਵ ਚਲਾਈ ਸੀ ਉਹ ਕਾਮਯਾਬ ਨਹੀਂ ਹੋਈ ਸੀ। ਇਹ ਹੁਣ ਜਿਸ ਤਰੀਕੇ ਨਾਲ ਮਤਲਬ ਜੋ ਲਗਾਤਾਰ ਮੌਤਾਂ ਹੋ ਰਹੀਆਂ ਕਰੋਨਾ ਦੇ ਕਾਰਨ, ਜੇ ਹੁਣ ਲੋਕ ਵੈਕਸੀਨੇਸ਼ਨ ਲਵਾਉਣ ਆ ਰਹੇ ਹੈਗੇ ਆ, ਆਪਣੇ ਆਪ ਨੂੰ ਵੈਕਸੀਨੇਟ ਕਰਵਾਉਣ ਆ ਰਹੇ ਆ, ਤੇ ਇਹਨਾਂ ਕੋਲ ਵੈਕਸੀਨ ਹੈ ਨਹੀਂ। ਹੁਣ ਜਿਵੇਂ ਇਹ ਐਡ ਦੇ ਰਹੇ ਕਿ ਟੀਵੀ ਤੇ ਵੀ ਐਡ ਚੱਲ ਰਹੀ ਆ, ਅਖਬਾਰਾਂ ਵੀ ਚੱਲ ਰਹੀ ਆ, ਇੱਥੋਂ ਤੱਕ ਕਿ ਤੁਸੀਂ ਕਿਸੇ ਨੂੰ ਕਾਲ ਕਰੋ ਤਾਂ ਉੱਥੇ ਵੀ ਪਹਿਲਾਂ ਰਿੰਗਟੋਨ ਵੱਜੂਗੀ ਵੀ ਤੁਸੀਂ ਵੈਕਸੀਨ ਕਰਾਓ। ਪਰ ਇੱਥੇ ਜਦੋਂ ਆਉਂਦਾ ਹੈਗਾ ਕੋਈ ਲਵਾਉਣ ਤਾਂ ਇੱਥੇ ਮੂਹਰੇ ਪਹਿਲੇ ਸਟicker ਲੱਗਿਆ ਹੋਇਆ ਹੈਗਾ ਵੀ ਵੈਕਸੀਨ ਖਤਮ ਹੋ ਗਈ, ਅਗਲੀ ਡੋਜ਼ ਆਉਣ ਤੇ ਫੇਰ ਹੀ ਲਾਈ ਜਾਊਗੀ। ਉਸ ਬਾਰੇ ਕੀ ਕਹੋਗੇ? ਦੇਖੋ, ਫਿਰ ਮੈਂ ਇਹਦੇ ਵਿੱਚ ਮਿਸਮੈਨੇਜਮੈਂਟ ਤਾਂ ਹੈਗੀ ਹੈ, ਪਰ ਮੈਨੂੰ ਇਹਦੇ ਪਿੱਛੇ ਨਾ ਇੱਕ ਹੋਰ ਸ਼ੱਕ ਨਜ਼ਰ ਆਉਂਦਾ, ਇੱਕ ਹੋਰ ਕਾਰਨ ਨਜ਼ਰ ਆਉਂਦਾ ਹੈਗਾ ਕਿ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ, ਪਹਿਲਾਂ ਜਿਹੜੀ ਕਿ ਬਿਲਕੁਲ ਫ੍ਰੀ ਜਿਹੜੀ ਹੈ ਵੈਕਸੀਨੇਸ਼ਨ ਲੱਗ ਰਹੀ ਹੈਗੀ ਸੀ। ਈਵਨ ਜੇ ਅਸੀਂ ਪ੍ਰਾਈਵੇਟ ਸੈਟਅਪ ਦੇ ਵਿੱਚ ਵੀ ਜਾਂਦੇ ਸੀ ਤਾਂ 250 ਰੁਪਏ ਦੀ ਵੈਕਸੀਨ ਲੱਗ ਜਾਂਦੀ ਸੀ ਇੱਕ ਡੋਜ਼। ਪਰ ਪਿਛਲੇ ਮਹੀਨੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਜਾਣੀ ਕਿ ਭਾਸ਼ਣ ਆਉਂਦਾ ਤੇ ਉਸ ਤੋਂ ਬਾਅਦ ਜਿਹੜੀ ਇਹ ਗੱਲਬਾਤ ਹੁੰਦੀ ਹੈ, ਮੀਟਿੰਗ ਹੁੰਦੀ ਹੈ, ਤੇ ਜਿਹੜੇ ਡੋਜ਼ ਦੇ ਰੇਟ ਸੀ ਉਹ ਆਲ ਆਫ ਸਡਨ ਵਧਾ ਦਿੱਤੇ ਜਾਂਦੇ ਆ, ਤੇ ਰੇਟ ਵੀ ਜਾਣੀ ਕਿ ਇੱਕੋ ਸੇਮ ਮੈਡੀਸਨ ਦੇ 3-3 4-4 ਰੇਟ ਕਰ ਦਿੱਤੇ ਜਾਂਦੇ ਆ। ਮਤਲਬ ਕੇਂਦਰ ਸਰਕਾਰ ਨੂੰ ਉਹ ਕੰਪਨੀਆਂ ਦੇਣਗੀਆਂ 150 ਰੁਪਏ ਦੀਆਂ, ਤੇ ਜਿਹੜੀਆਂ ਸੂਬਾ ਸਰਕਾਰਾਂ ਨੇ ਉਹਨਾਂ ਨੂੰ 300 ਤੋਂ ਲੈ ਕੇ 400 ਦੀਆਂ ਦੇਣਗੀਆਂ, ਔਰ ਜਿਹੜੀਆਂ ਬਾਹਰ ਪ੍ਰਾਈਵੇਟ ਸੰਸਥਾਵਾਂ ਹੈਗੀਆਂ ਉਹਨਾਂ ਨੂੰ 600 ਰੁਪਏ ਦੀ ਡੋਜ਼ ਮਿਲੂਗੀ। ਹੁਣ ਤੁਸੀਂ ਦੇਖੋ ਵੀ ਜਦੋਂ ਮਹਾਮਾਰੀ ਫੈਲੀ ਹੋਈ ਹੈ, ਮੁਲਕ ਦੇ ਵਿੱਚ ਹੈਲਥ ਐਮਰਜੈਂਸੀ ਹੈਗੀ ਹੈ, ਇਹਦਾ ਮਤਲਬ ਜੋ 150 ਰੁਪਏ ਦੀ ਵੈਕਸੀਨੇਸ਼ਨ ਜਿਹੜੀ ਹੈ, ਵੈਕਸੀਨ ਦੀ ਇੱਕ ਡੋਜ਼ ਕੇਂਦਰ ਸਰਕਾਰ ਨੂੰ ਦੇ ਰਹੇ ਨੇ, ਕੰਪਨੀਆਂ ਕਮਾ ਤਾਂ ਉਸ 'ਚੋਂ ਵੀ ਰਹੀਆਂ ਨੇ ਨਾ। ਤੇ ਫਿਰ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਇਹਨਾਂ ਦੇ ਜਾਣੀ ਕਿ ਸਹਾਰੇ ਛੱਡ ਦਿਓਗੇ, ਜਿਹਨੂੰ ਮਰਜ਼ੀ ਮਾਰ ਖਾਓ ਤੁਸੀਂ। ਇਹ ਤਾਂ ਲੁੱਟ ਹੈ ਨਾ ਇਹਦੀ, ਹੋਰ ਕੀ ਹੈ। ਈਵਨ ਆਰਟੀਆਈ ਦੱਸਦੀ ਹੈਗੀ ਹੈ 70 ਮੁਲਕਾਂ ਨੂੰ ਇਹਨਾਂ ਨੇ ਵੈਕਸੀਨ ਜਿਹੜੀ ਸਪਲਾਈ ਕੀਤੀ, ਤੇ ਉਹ ਵੈਕਸੀਨ ਉੱਥੇ 200 ਰੁਪਏ ਦੀ ਡੋਜ਼ ਦਿੰਦੇ ਆ। ਮਤਲਬ ਸਾਡੇ ਮੁਲਕ 'ਚ ਵੈਕਸੀਨ ਪੈਦਾ ਹੋਈ ਹੋਵੇ, ਸਾਡੇ ਮੁਲਕ ਦੇ ਲੋਕਾਂ ਨੇ ਉਸ ਨੂੰ ਪੈਦਾ ਕੀਤਾ, ਉਹਨਾਂ ਨੇ ਪ੍ਰੋਡਿਊਸ ਕੀਤਾ, ਤੁਸੀਂ ਬਾਹਰਲੇ ਮੁਲਕਾਂ ਨੂੰ ਦੇ ਰਹੇ ਹੋ 200 ਰੁਪਏ ਦੀ ਡੋਜ਼, ਤੇ ਸਾਨੂੰ ਤੁਸੀਂ ਦੇ ਰਹੇ ਹੋ ਜਾਣੀ ਕਿ 600 ਰੁਪਏ ਦੀ, ਜੋ ਪ੍ਰਾਈਵੇਟ ਹਸਪੀਟਲ ਵਾਲਾ ਲੈਂਦਾ ਤਾਂ 900 ਰੁਪਏ ਤੋਂ 1000 ਤੋਂ ਘੱਟ ਕਿੱਥੋਂ ਲੱਗ ਜਾਏਗਾ। ਗਰੀਬ ਮੁਲਕ ਹੈ ਇਹ, ਠੀਕ ਹੈ ਨਾ। ਅੱਜ ਜਿਸ ਤਰੀਕੇ ਨਾਲ ਜਾਣੀ ਕਿ ਬਿਮਾਰੀ ਫੈਲ ਗਈ ਹੈ, ਪਿੰਡਾਂ ਤੱਕ ਫੈਲ ਗਈ ਹੈ, ਲੇਬਰ ਕਲਾਸ ਤੱਕ ਫੈਲ ਗਈ ਹੈ, ਤੇ ਇਹ ਤਾਂ ਕੰਟਰੋਲ 'ਚ ਹੀ ਨਹੀਂ ਆਉਣੀ। ਸਿਰਫ ਵੈਕਸੀਨੇਸ਼ਨ ਹੀ ਜਿਹਦੇ ਨਾਲ ਕੰਟਰੋਲ 'ਚ ਆ ਸਕਦੀ ਹੈ, ਔਰ ਉਸ ਦੀ ਜ਼ਿੰਮੇਵਾਰੀ ਤੋਂ ਤੁਸੀਂ ਭੱਜ ਰਹੇ ਹੋ। ਸੋ ਮੈਂ ਇਹ ਸਮਝਦਾ ਹੈਗਾ ਕਿ ਕੇਂਦਰ ਸਰਕਾਰ ਦੀ ਨਲਾਇਕੀ ਹੈ, ਔਰ ਪੰਜਾਬ ਸਰਕਾਰ ਦੀ ਉਸ ਤੋਂ ਵੱਡੀ ਨਲਾਇਕੀ ਹੈਗੀ ਹੈ, ਕਿਉਂਕਿ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਿਆ ਹੈਗਾ, ਲੋਕਾਂ ਦਾ ਲੀਡਰ ਉਹ ਹੈਗਾ, ਉਹਦਾ ਫਰਜ਼ ਬਣਦਾ ਹੈਗਾ ਕੇਂਦਰ ਸਰਕਾਰ ਕੋਲੇ ਭਾਵੇਂ ਲੜ ਕੇ ਭਾਵੇਂ ਤਰਲੇ ਕਰਕੇ ਉਹ ਜਿਹੜਾ ਹੈਗਾ ਵੈਕਸੀਨ ਉਹ ਲੈ ਕੇ ਆਵੇ ਆਪਣੇ ਲੋਕਾਂ ਲਈ। ਜੇਕਰ ਦਿੱਲੀ ਦਾ ਮੁੱਖ ਮੰਤਰੀ ਜਦੋਂ ਆਕਸੀਜਨ ਦੀ ਜਾਣੀ ਕਿ ਘਾਟ ਹੁੰਦੀ ਹੈ, ਉਹ ਲੜਾਈ ਕਰ ਸਕਦਾ ਹੈ, ਉਹ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕਦਾ ਹੈ, ਉਹ ਗੱਲਬਾਤ ਨੂੰ ਜਾਣੀ ਕਿ ਲਾਈਵ ਜਾਣੀ ਕਿ ਉਹ ਕਰ ਸਕਦਾ, ਲੋਕਾਂ ਦੇ ਵਿੱਚ ਪਬਲਿਕ ਕਰ ਸਕਦਾ, ਔਰ ਉਸ ਤੋਂ ਬਾਅਦ ਜੇ ਉਹ ਕੋਰਟ ਦੇ ਵਿੱਚ ਜਾ ਸਕਦਾ ਹੈ, ਤਾਂ ਸਾਡਾ ਮੁੱਖ ਮੰਤਰੀ ਕਿਉਂ ਨਹੀਂ ਜਾ ਸਕਦਾ? ਇਹਦਾ ਮਤਲਬ ਜਾਂ ਤਾਂ ਸਾਡੇ ਮੁੱਖ ਮੰਤਰੀ ਦੀਆਂ ਕੋਈ ਨਾ ਕੋਈ ਕਮਜ਼ੋਰੀਆਂ ਹੈਗੀਆਂ, ਜਾਂ ਫਿਰ ਇਹ ਮਿਲਿਆ ਹੋਇਆ ਕੇਂਦਰ ਸਰਕਾਰ ਦੇ ਨਾਲ। ਜਿਵੇਂ ਇਹਨਾਂ ਹੁਣ ਸਰਕਾਰ ਕਹਿ ਰਹੀ ਹੈ ਵੀ 18 ਤੋਂ 44 ਸਾਲ ਦੇ ਜਿਹੜੇ ਕਿਰਤੀ ਮਜ਼ਦੂਰ ਹੈ ਉਹਨਾਂ ਦੇ ਲਾਈ ਜਾਊ, ਪਰ ਉਹਨਾਂ ਤੇ ਵੀ ਇਹ ਕ੍ਰਾਈਟੇਰੀਆ ਰੱਖਤਾ ਹੈ ਵੀ ਜਿਹੜੇ ਰਜਿਸਟਰ ਹੋਣਗੇ ਉਹਨਾਂ ਦੀ ਲਾਈ ਜਾਊਗੀ, ਉਹਨਾਂ 'ਚੋਂ ਵੀ ਮੋੜੇ ਜਾ ਰਹੇ ਹੈਗੇ ਜੀ ਹੁਣ। ਇਹ ਤਾਂ ਜੀ ਦੇਖੋ ਇੱਕ ਬਹਾਨੇਬਾਜ਼ੀ ਹੈ, ਇਸ ਵਿੱਚ ਤਾਂ ਕਿਸੇ ਰਜਿਸਟ੍ਰੇਸ਼ਨ ਦੀ ਜ਼ਰੂਰਤ ਹੈ ਨਹੀਂ ਹੈ। ਕੋਈ ਬੰਦਾ 2 ਵਾਰੀ ਥੋੜਾ ਲਵਾਉਣ ਆਊਗਾ, ਵੈਕਸੀਨ ਤਾਂ ਇੱਕ ਵਾਰੀ ਅਗਲਾ ਬੜੀ ਮੁਸ਼ਕਿਲ ਨਾਲ ਲੋਕ ਮੰਨੇ ਉਹ ਲਵਾ ਲੈਣ। ਕਦੇ ਤੁਸੀਂ ਆਧਾਰ ਕਾਰਡ ਦਾ ਯਾਨੀ ਕਿ ਲਿੰਕ ਕਰ ਦਿੰਦੇ ਹੋ, ਕੱਲ੍ਹ ਵੀ ਅਖਬਾਰ ਦੇ ਵਿੱਚ ਪੜ੍ਹ ਰਹੇ ਸੀ, ਕੋਰਟ ਨੇ ਵੀ ਹੁਣ ਤੱਕ ਕਹਿਤਾ ਕਿਸੇ ਆਧਾਰ ਕਾਰਡ ਦੀ ਜ਼ਰੂਰਤ ਨਹੀਂ ਹੈ ਵੈਕਸੀਨੇਸ਼ਨ ਲਵਾਉਣ ਵਾਸਤੇ, ਔਰ ਇਹ ਸਾਡਾ ਯਾਨੀ ਕਿ ਅਧਿਕਾਰ ਹੈ ਕਿ ਕਾਨੂੰਨ ਅਧਿਕਾਰ ਹੈਗਾ ਵੈਕਸੀਨੇਸ਼ਨ ਲਾਉਣਾ ਜਿਹੜਾ ਹੈਗਾ, ਸਰਕਾਰ ਦਾ ਫਰਜ਼ ਹੈ ਤੇ ਲਵਾਉਣਾ ਸਾਡਾ ਅਧਿਕਾਰ ਹੈਗਾ, ਠੀਕ ਹੈ ਨਾ। ਇਹ 'ਚ ਤਾਂ ਕਿਸੇ ਡਾਕੂਮੈਂਟੇਸ਼ਨ ਦੀ ਜ਼ਰੂਰਤ ਨਹੀਂ ਹੋਣੀ ਜਿਹਦੀ। ਹਾਂ, ਇੱਕ ਡਾਟਾਬੇਸ ਹੁੰਦਾ, ਜਦੋਂ ਤੁਸੀਂ ਮੋਬਾਈਲ ਦੇ ਉੱਤੇ ਤੁਸੀਂ ਉਸ ਨੂੰ ਦੇ ਰਹੇ ਹੋ, ਉਹਨੂੰ ਰਜਿਸਟਰ ਕਰ ਰਹੇ ਹੋ, OTP ਆਉਂਦਾ, ਉਹਦਾ ਸਰਟੀਫਿਕੇਟ ਜਾਰੀ ਕਰ ਰਹੇ ਹੋ, ਤਾਂ ਡਾਟਾ ਤੁਹਾਡੇ ਕੋਲ ਆਲਰੇਡੀ ਆ ਗਿਆ। ਜਿਹਦੇ ਪਹਿਲਾਂ ਵੈਕਸੀਨ ਲੱਗੀ ਹੈ, ਦੂਜਾ ਤੁਹਾਡੇ ਕੋਲ ਲਵਾਉਣ ਆਊਗਾ ਕਿਉਂ ਉਹ?
ਸੋ ਇਹ ਸਿਰਫ ਤੇ ਸਿਰਫ ਯਾਨੀ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਹੈਗੀ ਹੈ। ਇਹਨਾਂ ਕੋਲੇ ਵੈਕਸੀਨ ਹੈ ਨਹੀਂ ਔਰ ਉਸ ਘਾਟ ਨੂੰ ਯਾਨੀ ਕਿ ਲੋਕਾਂ ਦੇ ਮੱਥੇ ਮੜਨ ਵਾਲੀ ਗੱਲ ਹੈ ਵੀ ਤੁਹਾਡੇ 'ਚ ਘਾਟ ਹੈ, ਸਾਡੇ 'ਚ ਘਾਟ ਨਹੀਂ। ਇਹ ਸਨ ਨੀਲ ਗਰਗ ਜੀ, ਜਿਨ੍ਹਾਂ ਦਾ ਕਹਿਣਾ ਗਾ ਕਿ ਸਰਕਾਰਾਂ ਇਸ ਕੰਮ 'ਚ ਫੇਲ ਹੋਈਆਂ ਹਨ ਅਤੇ ਜਿਹੜੀ ਵੈਕਸੀਨ ਸੀਗੀ ਉਹਦੇ 'ਚ ਵੀ ਕਾਲਾ ਮਾਲਾ ਲੱਗ ਰਿਹਾ, ਕਿਤੇ ਕੋਈ ਰੇਟ ਹੈ ਤੇ ਕਿਤੇ ਕੋਈ ਰੇਟ ਹੈਗਾ। ਤੇ ਇੱਥੇ ਲੋਕ ਵੀ ਹੈਰਾਨ ਹੋ ਰਹੇ ਹੈਗੇ, ਜਿਹੜੇ ਵੈਕਸੀਨ ਲਵਾਉਣ ਆਉਂਦੇ ਹੈਗੇ, ਇੱਥੇ ਜਦੋਂ ਪਹੁੰਚਦਾ ਤਾਂ ਉਹਨਾਂ ਨੂੰ ਪਹਿਲਾਂ ਤਾਂ ਸਾਹਮਣੇ ਲੱਗਾ ਪੋਸਟਰ ਨਜ਼ਰ ਆਉਂਦਾ ਵੀ ਵੈਕਸੀਨ ਖਤਮ ਹੈ, ਆਉਣ ਤੇ ਹੀ ਦੂਜੀ ਡੋਜ਼ ਲਾਈ ਜਾਵੇਗੀ, ਅਤੇ ਉਸ ਤੋਂ ਬਾਅਦ ਜਦ ਅੰਦਰ ਜਾਂਦੇ ਆ ਤਾਂ ਉਹਨਾਂ ਦਾ ਤਸੱਲੀ ਬਖਸ਼ ਜਵਾਬ ਨਹੀਂ ਹੁੰਦਾ ਵੀ ਕਦੋਂ ਆਊਗੀ ਤੇ ਕਦੋਂ ਲਾਈ ਜਾਊਗੀ। ਬਠਿੰਡਾ ਤੋਂ ਅਜੀਤ ਟੀਵੀ ਲਈ ਨਾਇਬ ਸਿੰਘ ਸਿੱਧੂ ਦੀ ਰਿਪੋਰਟ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।